और सतनाम करता पुरख निर्भव निर्वैर अकाल मूरत अजूनी सैभं गुर प्रसाद जप आद सच जुगाद सच है पी सच नानक होसी पी सच डंडौत बंदन अनक बार सर्व कला समरथ डोलन ते रखो प्रभु नानक दे कर हथ डोलन ते रखो प्रभु नानक दे कर हथ। परम सन्मान योग गुरु रूप साध संगत जीओ, कुछ समा गुरु क्या विचारां आप जी नूं सरवण करा सकां उस तो पहले 10वें पातशाह की बख्शिश की हुई पावन पवित्र फतेह सनमर प्रवान करनी। वाहिगुरु जी का खालसा वाहिगुरु जी की फतेह। विचारां आप सरवण कर रहे हो हीरन दे कुछ गुण ते अवगुण। गुरु ग्रंथ साहब महाराज दी बाणी दे अंदर हीरन दियां बहुत सारियां विचारां सतगुरां ने साडी झोली विच पाईयां ने। हिरन बारे जैसे आप सरवण कर चुके हो, हिरन बहुत ही खूबसूरत जानवर है, समाजिक पशु है, इकट्ठ दे विच रहन वाला पशु है। उहदा एक सरदार होंदा है, एक जथेदार होंदा है, उहदे पिछे ये सारे चलते हैं, सब उसदे पिछे चलते हैं। हिरन सारी जिंदगी जो है अपना जीवन बतीत करता है, लेकिन अपने वास्ते उहदे कुछ भी नहीं होंदा है, परोपकार वास्ते दूजियां वास्ते। जैसे हिरन नूं आदि काल तो शिकार किया जाता रहा है, हिरन दा आम मनुख तो लैके ते राजे महाराजे तक इत्थों तक कि अवतार भी हिरन दा शिकार करते रहे ने। जैसे असी रामायण दे विच पढ़ते हाँ, श्री राम ने मृग दा हिरन दा शिकार किया है। इहदा मांस जिहड़े शिकारी लोग ने कहंदे ने बहुत स्वादिष्ट होंदा है, पौष्टिक होंदा है, ताकतवर होंदा है। फिर हिरन की जिहड़ी खल है ये बड़ी पवित्र मन्नी जाती है, इहदे विच बदबू नहीं आउंदी है, खुशबू आउंदी है, बड़ी नरम होंदी है, गर्म होंदी है। ऋषि मुनि आदि काल तो हिरन की खल का सिंघासन बनाते रहे ने, अपने तन नूं ढकण वास्ते इहदा इस्तेमाल करते रहे ने। भगत बेणी जी जिन्हां दा शब्द है गुरु ग्रंथ साहब दे विच, भगत बेणी कहंदे ने मृग आसन तुलसी माला कर उजल तिलक कपाला। बेणी जी ने इसका जिक्र किया भी जिहड़े ऋषि मुनि या पंडित लोग
ਮ੍ਰਿਗ ਦੀ ਖੱਲ ਦਾ ਆਸਣ ਬਣਾਉਂਦੇ ਸਨ, ਤੁਲਸੀ ਦੀ ਮਾਲਾ ਇਸਤੇਮਾਲ ਕਰਦੇ ਸਨ, ਕਿਉਂਕਿ ਇਸ ਨੂੰ ਪਵਿੱਤਰ ਮੰਨਿਆ ਗਿਆ। ਫਿਰ ਇਸ ਵਿੱਚ ਗਰਮੈਸ਼ ਬੜੀ ਹੁੰਦੀ ਹੈ। ਹਿਮਾਲय ਪਰਬਤ ਦੀ ਜਿਹੜੀ ਠੰਡ ਹੈ, ਜੋ 0 ਡਿਗਰੀ ਤੋਂ ਵੀ ਮਾਈਨਸ ਤਾਪਮਾਨ ਰੱਖਦੀ ਹੈ, ਉੱਥੇ ਕੇਵਲ ਇਸ ਦੀ ਹੀਰਨ ਦੀ ਖੱਲ ਨੂੰ ਪਹਿਨ ਲੈਣ ਨਾਲ ਸਰੀਰ ਨੂੰ ਇਤਨੀ ਗਰਮੀ ਮਿਲ ਜਾਂਦੀ ਹੈ ਕਿ ਨਿਰੀ ਬਰਫ਼ ਦੇ ਵਿੱਚ ਹੀ ਬੰਦਾ ਜੀਵਤ ਰਹਿ ਸਕਦਾ ਹੈ। ਇਹਦੀ ਖੱਲ ਵੀ ਬੜੀ ਕੀਮਤੀ ਹੈ। ਫਿਰ ਹੀਰਨ ਦੇ ਜਿਹੜੇ ਸਿੰਘ ਨੇ ਉਹ ਬੜੇ ਕੀਮਤੀ ਹੁੰਦੇ ਨੇ। ਵੈਦ ਲੋਕ, ਆਯੁਰਵੈਦ ਨੇ ਇਸ ਨੂੰ ਇੱਕ ਬਹੁਤ ਵੱਡੀ ਔਸ਼ਧੀ ਮੰਨਿਆ ਹੈ। ਹੀਰਨ ਦਾ ਸਿੰਘ ਕਈ ਔਸ਼ਧੀਆਂ ਦੇ ਵਿੱਚ ਪੈਂਦਾ ਹੈ, ਔਰ ਉਹ ਔਸ਼ਧੀਆਂ ਦਵਾਈਆਂ ਜਿਹੜੀਆਂ ਨੇ ਉਹ ਬੜੀਆਂ ਮਹਿੰਗੀਆਂ ਵਿਕਦੀਆਂ ਹਨ, ਬਹੁਤ ਮਹਿੰਗੀਆਂ। ਬੜੇ ਬੜੇ ਵੱਡੇ ਰੋਗ, ਜਿਹੜੇ ਲਾ ਇਲਾਜ ਵੀ ਰੋਗ, ਇਹਦੇ ਨਾਲ ਠੀਕ ਹੋ ਜਾਂਦੇ ਨੇ। ਅੱਜ ਕੱਲ੍ਹ ਹੁਣ ਗੌਰਮੈਂਟ ਨੇ ਇਹਦੇ ਉੱਤੇ ਬੈਨ ਲਾਇਆ ਹੋਇਆ, ਕਿਉਂਕਿ ਹੀਰਨ ਬਹੁਤ ਘੱਟ ਸੰਖਿਆ ਵਿੱਚ ਰਹਿ ਗਏ ਨੇ। ਉਹਨਾਂ ਨੂੰ ਬਚਾਉਣ ਵਾਸਤੇ, ਤਸਕਰੀ ਨਾ ਹੋਵੇ, ਇਸ ਵਾਸਤੇ ਇਹਦੇ ਉੱਤੇ ਬੈਨ ਲਾ ਦਿੱਤਾ ਗਿਆ। ਹੀਰਨ ਦੀ ਨਾਭੀ ਦੇ ਵਿੱਚ ਕਸਤੂਰੀ ਹੁੰਦੀ ਹੈ। ਜੈਸੇ ਕੱਲ੍ਹ ਆਪਣੇ ਵਿਚਾਰ ਸਰਵਣ ਕੀਤਾ ਸੀ, ਜਿਉਂ ਕਸਤੂਰੀ ਮਿਰਗ ਨਾ ਜਾਣੇ, ਭਰਮ ਦਾ ਭਰਮ ਭੁਲਾਇਆ। ਕਸਤੂਰੀ ਇੱਕ ਬਹੁਤ ਵੱਡੀ ਔਸ਼ਧੀ ਹੈ, ਦਵਾਈ ਹੈ, ਲੇਕਿਨ ਹੀਰਨ ਦੇ ਕਿਸੇ ਕੰਮ ਨਹੀਂ ਆਉਂਦੀ, ਇਹ ਦੂਜਿਆਂ ਦੇ ਕੰਮ ਆਉਂਦੀ ਹੈ। ਕਹਿਣ ਤੋਂ ਮੁਰਾਦ ਹੀਰਨ ਦਾ ਜਿਹੜਾ ਸਾਰਾ ਸਰੀਰ ਹੈ ਨਾ, ਉਹ ਕਿਸੇ ਨਾ ਕਿਸੇ ਕੰਮ ਵਿੱਚ ਜ਼ਰੂਰ ਆਉਂਦਾ ਹੈ, ਪਰ ਉਹਦਾ ਆਪਣਾ ਜਿਹੜਾ ਹੈ ਇਹਦੇ ਵਿੱਚ ਕੋਈ ਫਾਇਦਾ ਨਹੀਂ ਹੁੰਦਾ ਹੈ। ਉਹ ਸਾਰਾ ਜੀਵਨ ਜਿਉਂਦਾ ਹੈ, ਬਤੀਤ ਕਰਦਾ ਹੈ, ਲੇਕਿਨ ਪਰਉਪਕਾਰ ਵਾਸਤੇ ਕਰਦਾ ਹੈ। ਹੀਰਨ ਦੇ ਵਿੱਚ ਇੱਕ ਔਗੁਣ ਵੀ ਹੈ, ਕਿਉਂਕਿ ਆਪਾਂ ਇਹ ਪਸ਼ੂ ਪੰਛੀਆਂ ਦੀ ਜੋ ਵਿਚਾਰ ਸ਼ੁਰੂ ਕੀਤੀ ਹੈ ਨਾ, ਇਹਦਾ ਮੂਲ ਮਕਸਦ ਹੈ ਕਿ ਇਹਨਾਂ ਦੇ ਨਾਮ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਉਂ ਆਏ ਹਨ, ਕਾਰਨ ਕੀ ਰਿਹਾ ਹੈ। ਹਰ ਜਗ੍ਹਾ 'ਤੇ ਸਤਿਗੁਰਾਂ ਨੇ ਜਿਹੜੇ ਵੀ ਪਸ਼ੂ ਦਾ, ਪੰਛੀ ਦਾ, ਕੀਟ ਦਾ, ਪਤੰਗੇ ਦਾ, ਕਿਸੇ ਦਾ ਵੀ ਜ਼ਿਕਰ ਅਗਰ ਕੀਤਾ ਹੈ ਨਾ, ਮਨੁੱਖ ਨੂੰ ਸਮਝਾਉਣ ਵਾਸਤੇ ਕੀਤਾ ਹੈ, ਬੰਦੇ ਨੂੰ ਸਮਝਾਉਣ ਵਾਸਤੇ। ਹੀਰਨ ਦੇ ਵਿੱਚ ਇੱਕ ਔਗੁਣ ਹੈ ਕਿ ਇਹ ਕੰਡੇ ਹੇੜੇ ਦੀ ਆਵਾਜ਼ ਸੁਣ ਕੇ ਤਾਂ ਮੋਹਿਤ ਹੋ ਜਾਂਦਾ ਵੇ। ਕੰਡੇ ਹੇੜੇ ਦੀ ਆਵਾਜ਼ ਸੁਣ ਕੇ। ਕੰਡਾ ਹੇੜਾ ਮਹਾਨ ਕੋਸ਼ ਦੇ ਮੁਤਾਬਕ ਕਹਿੰਦੇ ਨੇ, ਇੱਕ ਘੰਟੀ, ਭਾਈ ਕਾਨ੍ਹ ਸਿੰਘ ਜੀ ਨਾਭਾ ਨੇ ਤੇ ਲਿਖਿਆ ਵੀ ਇੱਕ ਘੰਟੀ ਨੁਮਾ ਹੁੰਦੀ ਹੈ, ਉਸ ਨੂੰ ਵਜਾਇਆ ਜਾਂਦਾ ਵੇ। ਜੈਸੇ ਮੰਦਰਾਂ ਦੇ ਵਿੱਚ ਘੜਿਆਲ ਵੱਜਦੇ ਨੇ, ਇਸ ਤਰ੍ਹਾਂ ਉਹਨਾਂ ਨੇ ਲਿਖਿਆ ਵੇ। ਲੇਕਿਨ ਮੈਂ ਜੋ ਕੁਛ ਵਿਦਵਾਨਾਂ ਕੋਲੋਂ ਸੁਣਿਆ, ਔਰ ਪੁਰਾਣੇ ਬਜ਼ੁਰਗ ਜੋ ਗੱਲਾਂ ਕਰਦੇ ਸਨ, ਕੰਡਾ ਹੇੜਾ ਨਾਦ ਉਸ ਨੂੰ ਕਹਿੰਦੇ ਨੇ, ਇੱਕ ਮਿੱਟੀ ਦੇ ਘੜੇ ਦੇ ਉੱਤੇ ਇੱਕ ਸਿੱਧੀ ਡੋਰੀ ਬੰਨ੍ਹ ਕੇ ਨਾ, ਆਡੀ, ਉਹਦੇ ਨਾਲ ਇੱਕ ਟੀਲਾ ਲਟਕਾਇਆ ਜਾਂਦਾ ਸੀ। ਇੱਕ ਲੱਕੜ ਦਾ ਛੋਟਾ ਟੀਲਾ ਲਟਕਾ ਕੇ ਥੱਲੇ ਉਸਦੇ ਇੱਕ ਛੋਟਾ ਪੱਥਰ ਬੰਨ੍ਹ ਦਿੱਤਾ ਜਾਂਦਾ ਸੀ। ਉਸ ਟੀਲੇ ਦੇ ਨਾਲ ਫਿਰ ਰੱਸੀ ਬੰਨ੍ਹ ਕੇ ਸ਼ਿਕਾਰੀ ਜਿਹੜੇ ਨੇ ਆਪ ਛੁਪ ਕੇ ਬੈਠ ਜਾਂਦੇ ਸਨ ਤੇ ਰੱਸੀ ਨੂੰ ਆਪਣੇ ਹੱਥ ਵਿੱਚ ਪਕੜ ਲੈਂਦੇ ਸਨ। ਉਸ ਘੜੇ ਨੂੰ ਉਸ ਜਗ੍ਹਾ 'ਤੇ ਰੱਖ ਦਿੱਤਾ ਜਾਂਦਾ ਸੀ ਜਿੱਥੋਂ ਹੀਰਨ ਬਿਲਕੁਲ ਸਾਫ਼ ਦਿਖਾਈ ਦੇਵੇ, ਕਿਉਂਕਿ ਕਰਨਾ ਤੇ ਹੀਰਨ ਦਾ ਸ਼ਿਕਾਰ ਹੁੰਦਾ ਸੀ। ਉਸ ਘੜੇ ਨੂੰ ਰੱਖ ਕੇ ਫਿਰ ਉਸ ਰੱਸੀ ਨੂੰ, ਜਾਂ ਜਿਹੜਾ ਧਾਗਾ ਬੰਨ੍ਹਿਆ ਜਾਂਦਾ ਸੀ ਨਾ, ਉਹਨੂੰ ਫਿਰ ਖਿੱਚਿਆ ਜਾਂਦਾ ਸੀ। ਜਿਵੇਂ ਅਸੀਂ ਕਈ ਜਗ੍ਹਾ 'ਤੇ ਮੰਦਰਾਂ ਵਿੱਚ ਦੇਖਦੇ ਹਾਂ ਨਾ, ਘੜਿਆਲ ਵਜਾਉਣ ਵਾਸਤੇ ਜਿਹੜੀ ਅੰਦਰ ਜੋ ਇੱਕ ਲਟਕਦੀ ਪਈ ਹੁੰਦੀ ਹੈ ਨਾ, ਲੋਹੇ ਦੀ ਬਣੀ ਹੋਈ, ਜਿਹਦੇ ਟਕਰਾਓ ਦੇ ਨਾਲ ਆਵਾਜ਼ ਪੈਦਾ ਹੁੰਦੀ ਹੈ, ਕੰਟੀਨੁਮਾ।
ਉਸਨੂੰ ਜਦ ਹਿਲਾਇਆ ਜਾਂਦਾ ਹੈ ਤਾਂ ਫਿਰ ਉਹਦੇ ਵਿੱਚ ਆਵਾਜ਼ ਪੈਦਾ ਹੁੰਦੀ ਉਸ ਪੱਥਰ ਦੇ ਟਕਰਾਉਣ ਦੇ ਨਾਲ। ਕਿਉਂਕਿ ਘੜਾ ਗੋਲ ਹੁੰਦਾ, ਉੱਪਰ ਮੂੰਹ ਛੋਟਾ ਹੁੰਦਾ, ਅਤੇ ਉਹ ਜਿਹੜੀ ਆਵਾਜ਼ ਹੈ ਅੰਦਰ ਬਹੁਤ ਗੂੰਜਦੀ ਹੈ। ਉਹ ਆਵਾਜ਼, ਉਸ ਆਵਾਜ਼ ਦੇ ਨਾਲ ਹਿਰਨ ਦੀ ਬਹੁਤ ਪ੍ਰੀਤ ਹੈ। ਹਿਰਨ ਦਾ ਉਹਦੇ ਨਾਲ ਬੜਾ ਪ੍ਰੇਮ ਹੈ। ਅਕਸਰ ਰਾਤ ਦੇ ਵਕਤ ਸ਼ਿਕਾਰੀ ਲੋਕ ਇਹ ਕੰਡੇ ਹੇੜੇ ਦਾ ਨਾਦ ਕਰਦੇ ਸਨ, ਆਵਾਜ਼ ਕਰਦੇ ਸਨ। ਹਿਰਨ ਦੀ ਸੁਣਨ ਸ਼ਕਤੀ ਬੜੀ ਤੇਜ਼ ਹੈ, ਉਹ ਬੜੀ ਬਾਰੀਕ ਆਵਾਜ਼ ਨੂੰ ਵੀ ਸੁਣ ਲੈਂਦਾ ਹੈ। ਇਸ ਆਵਾਜ਼ ਨੂੰ ਸੁਣ ਕੇ ਹਿਰਨ ਜਿਸ ਪਾਸੋਂ ਇਹ ਆਵਾਜ਼ ਆਉਂਦੀ ਹੈ ਉਸ ਪਾਸੇ ਖਿੱਚਿਆ ਚਲਾ ਆਉਂਦਾ ਹੈ, ਇਤਨਾ ਮੋਹਿਤ ਹੋ ਜਾਂਦਾ ਹੈ। ਕਹਿੰਦੇ ਨੇ ਇਤਨਾ ਪਿਆਰ ਹੈ ਹਿਰਨ ਦਾ ਉਸ ਕੰਡੇ ਹੇੜੇ ਦੇ ਨਾਦ ਦੇ ਨਾਲ ਕਿ ਪਹਿਲੀ ਗੱਲ ਤਾਂ ਉਸਨੂੰ ਕੋਈ ਸੁਰਤ ਨਹੀਂ ਰਹਿੰਦੀ ਹੈ। ਉਹ ਇਤਨਾ ਮਗਨ ਹੋ ਜਾਂਦਾ, ਇਤਨਾ ਮਸਤ ਹੋ ਜਾਂਦਾ ਉਹਦੇ ਵਿੱਚ। ਪਰ ਜੇ ਉਹ ਆਪਣੇ ਆਪ ਨੂੰ ਰੋਕਣਾ ਵੀ ਚਾਹੇ ਤਾਂ ਉਹ ਰੋਕ ਨਹੀਂ ਪਾਉਂਦਾ ਹੈ। ਭਾਵੇਂ ਉਸਦਾ ਮਨ ਅੰਦਰੋਂ ਕਰੇ ਵੀ ਮੈਂ ਰੁਕ ਜਾਵਾਂ, ਪਰ ਨਹੀਂ ਰੁਕ ਪਾਉਂਦਾ। ਉਹਦੇ ਕਦਮ ਜਿਹੜੇ ਨੇ ਨਾ ਉਹ ਚਲਦੇ ਜਾਂਦੇ ਹਨ ਉਸ ਆਵਾਜ਼ ਵੱਲ ਜਿੱਥੋਂ ਇਹ ਕੰਡੇ ਹੇੜੇ ਦੀ ਆਵਾਜ਼ ਆ ਰਹੀ ਹੈ, ਉਸ ਪਾਸੇ। ਗੁਰਬਾਣੀ ਦੇ ਵਿੱਚ ਇਸ ਦਾ ਬੜਾ ਜ਼ਿਕਰ ਕੀਤਾ ਗਿਆ ਹੈ। ਕੁਰੰਕੇ ਨਾਦ ਨੇਹੋ ਚਾਤ੍ਰਿਕ ਚਾਹਤ ਮੇਹੋ, ਗੁਰਬਾਣੀ ਕਹਿੰਦੀ ਹੈ। ਕੁਰੰਕ ਕਹਿੰਦੇ ਨੇ ਹਿਰਨ ਨੂੰ, ਹਿਰਨ ਦਾ ਕੰਡੇ ਹੇੜੇ ਦੇ ਨਾਦ ਨਾਲ ਪ੍ਰੇਮ ਹੈ, ਜੈਸੇ ਚਾਤ੍ਰਿਕ ਦਾ ਬਰਸਾਤ ਨਾਲ ਪ੍ਰੇਮ ਹੈ। ਪ੍ਰੇਮ ਦੀ ਪਰਿਭਾਸ਼ਾ ਸਮਝਾਉਣ ਵਾਸਤੇ ਹਿਰਨ ਦਾ ਤੇ ਕੰਡੇ ਹੇੜੇ ਦਾ ਪ੍ਰਮਾਣ ਕਈ ਜਗ੍ਹਾ 'ਤੇ ਗੁਰਬਾਣੀ ਨੇ ਦਿੱਤਾ ਹੈ। ਬਈ ਪ੍ਰੇਮ ਹੋਵੇ ਤਾਂ ਪ੍ਰੇਮ ਦੀ ਹੱਦ ਇੱਥੋਂ ਤੱਕ ਹੋਣੀ ਚਾਹੀਦੀ ਹੈ ਜੈਸੇ ਹਿਰਨ ਦਾ ਕੰਡੇ ਹੇੜੇ ਦੇ ਨਾਲ ਪ੍ਰੇਮ ਹੈ, ਇਤਨਾ ਪ੍ਰੇਮ ਹੋਵੇ ਉਸ ਵਿੱਚ। ਕਿਤਨਾ ਪ੍ਰੇਮ ਹੁੰਦਾ। ਨਾਦ ਕੁਰੰਕਹਿ ਬੇਦਿਆ ਸਨਮੁਖ ਉੱਠ ਧਾਵੇ। ਕੰਡੇ ਹੇੜੇ ਦੀ ਆਵਾਜ਼ ਦੇ ਨਾਲ ਹਿਰਨ ਐਸਾ ਬੇਧਿਆ ਜਾਂਦਾ, ਬੱਝਿਆ ਜਾਂਦਾ ਵੇ ਕਿ ਸਨਮੁਖ ਉੱਠ ਧਾਵੇ। ਜਿੱਥੋਂ ਆਵਾਜ਼ ਆ ਰਹੀ ਹੈ ਨਾ ਉਸ ਪਾਸੇ ਚਲਾ ਜਾਂਦਾ ਵੇ, ਰੁਕਦਾ ਨਹੀਂ ਹੈ ਉਹ। ਮੈਂ ਪਹਿਲੇ ਅਰਜ਼ ਕੀਤੀ ਵੀ ਉਹ ਆਪਣੇ ਆਪ ਨੂੰ ਰੋਕਣਾ ਵੀ ਚਾਹੇ ਨਾ ਤਾਂ ਰੋਕ ਨਹੀਂ ਸਕਦਾ ਹੈ। ਉਹਦੇ ਕਦਮ ਜਿਹੜੇ ਨੇ ਉਹ ਆਪਣੇ ਆਪ ਵਧੀ ਜਾਂਦੇ ਨੇ, ਚੱਲੀ ਜਾਂਦੇ ਹਨ। ਔਰ ਇਤਨਾ ਉਸਦਾ ਪ੍ਰੇਮ ਹੈ ਕਿ ਗੁਰਬਾਣੀ ਕਹਿੰਦੀ ਕਿ ਨਾਦ ਹੇਤ ਸਿਰ ਡਾਰਿਓ ਕੁਰੰਕਾ ਉਸ ਹੀ ਹੇਤ ਬਿਦਾਰਾ। ਨਾਦ ਸੁਣ ਕੇ ਹਿਰਨ ਉਸ ਜਗ੍ਹਾ 'ਤੇ ਜਾ ਕੇ ਇਤਨਾ ਮਖਸ ਹੋ ਜਾਂਦਾ ਹੈ, ਵੇਖਦਾ ਚਾਰੋਂ ਪਾਸੇ ਆਵਾਜ਼ ਕਿੱਥੋਂ ਆਉਂਦੀ ਪਈ ਹੈ, ਲੇਕਿਨ ਸੁੰਨ ਹੋ ਜਾਂਦਾ ਹੈ, ਮਸਤ ਹੋ ਜਾਂਦਾ ਹੈ। ਉਹਦੀ ਐਸੀ ਅਵਸਥਾ ਬਣ ਜਾਂਦੀ ਹੈ ਕਿ ਉਹ ਭੁੱਲ ਹੀ ਜਾਂਦਾ ਕਿ ਮੈਂ ਕਿੱਥੇ ਖੜਾ ਹਾਂ। ਕੋਈ ਸ਼ਿਕਾਰੀ ਮੈਨੂੰ ਮਾਰ ਸਕਦਾ ਵੇ, ਕੋਈ ਮੇਰਾ ਜੰਗਲੀ ਜਾਨਵਰ ਸ਼ਿਕਾਰ ਕਰ ਸਕਦਾ ਹੈ, ਮੈਂ ਫਸ ਸਕਦਾ, ਮੇਰੀ ਜਾਨ ਜਾ ਸਕਦੀ ਹੈ। ਉਹਨੂੰ ਕੁਛ ਵੀ ਚੇਤੇ ਨਹੀਂ ਰਹਿੰਦਾ ਹੈ, ਬਿਲਕੁਲ ਸੁੰਨ ਅਵਸਥਾ ਦੇ ਵਿੱਚ ਚਲਾ ਜਾਂਦਾ ਹੈ। ਨਾਦ ਹੇਤ ਸਿਰ ਡਾਰਿਓ, ਆਪਣਾ ਸਿਰ ਸੁੱਟ ਦਿੰਦਾ ਵੇ ਤੇ ਉਸ ਹੀ ਹੇਤ ਬਿਦਾਰਾ। ਜਦੋਂ ਇਸ ਤਰ੍ਹਾਂ ਦੀ ਅਵਸਥਾ ਵਿੱਚ ਚਲਾ ਜਾਂਦਾ ਨਾ, ਸ਼ਬਦ ਸੁਣ ਕੇ ਨਾਦ ਕੰਡੇ ਹੇੜੇ ਦਾ ਮਸਤ ਹੋ ਜਾਂਦਾ ਹੈ, ਸਿਰ ਸੁੱਟ ਦਿੰਦਾ ਵੇ, ਸੁੰਨ ਹੋ ਜਾਂਦਾ ਹੈ। ਉਸ ਵਕਤ ਫਿਰ ਸ਼ਿਕਾਰੀ ਤੀਰ ਕੱਢਦਾ ਹੈ ਔਰ ਹਿਰਨ ਨੂੰ ਮਾਰ ਦਿੰਦਾ ਹੈ, ਦਾ ਸ਼ਿਕਾਰ ਕਰ ਦਿੰਦਾ ਹੈ। ਨਾਦ ਭ੍ਰਮੇ ਜੈਸੇ ਮਿਰਗਾਏ ਪ੍ਰਾਨ ਤਜੇ ਵਾਕੋ ਧਿਆਨ ਨਾ ਜਾਏ। ਮਿਰਗ ਕੰਡੇ ਹੇੜੇ ਦੇ ਨਾਦ ਵਿੱਚ ਇਤਨਾ ਮਸਤ ਹੋ ਜਾਂਦਾ ਹੈ, ਉਹਦੇ ਪ੍ਰਾਣ ਚਲੇ ਜਾਂਦੇ ਨੇ, ਪਰ ਉਸ ਦਾ ਖਿਆਲ ਤੱਕ ਨਹੀਂ ਜਾਂਦਾ ਕਿ ਕਿਧਰੇ ਮੇਰੀ ਮੌਤ ਨਾ ਹੋ ਜਾਵੇ। ਇਤਨਾ ਪ੍ਰੇਮ ਹੀਰੇ ਦਾ ਕੰਡੇ ਹੇੜੇ ਦੇ ਨਾਦ ਨਾਲ ਹੈ। ਆਪਣਾ ਆਪ ਭੁੱਲ ਜਾਂਦਾ ਹੈ ਮੈਂ ਕਿੱਥੇ ਖੜਾ ਹਾਂ,
कोई मैनू मार सकता है, मेरा शिकार हो सकता है। कुछ याद नहीं रहिंदा है, कुछ चेते नहीं रहिंदा है। ये तो हीरन का दोष मनिया जाता है भी हीरन विच ये दोष है। कंडे हेड़े दे नाद विच उहदे स्वाद दे विच फस के हीरन अपनी जान गवा लैंदा। मिलदा तो कुछ भी नहीं ना उसनूं, मिलना की है उसनूं। लेकिन गुरबाणी जो सानू उपदेश देंदी है, हीरन दा ये दोष है कि एक नाद सुन के, केवल कंडे हेड़े दा नाद सुन के हीरन अपनी जान गवा लैंदा है। एक नाद सुन के, होर उसदा किसे नाल प्रेम नहीं है, सिर्फ कंडे हेड़े दा नाद। महाराज इत्थे सानू समझाना चाहते ने कि एक नाद सुन के हीरन अपनी जान गवा लैंदा है, तड़फ तड़फ के मरदा है। तो मनुख दा ते कई नादां दे नाल स्वाद पिया होया वे, कई नाद, कई आवाज़ां दे नाल मनुख दा स्वाद पिया होया वे। जैसे सारा सारा दिन मनुख गंदे गीत सुनदा रहिंदा, गाने सुनते रहंदे ने। मैं अक्सर देखिया कुछ कम करन वाले मजदूर लोग दुकानां ते जो बैठे ने, सारा सारा दिन गाने चलते पे ने, टीवी चलता पिया, मोबाइल चलते पे ने। कुछ समा पहले रेडियो चलते रहंदे सन, सारा दिन फिल्मी गाने। और उन्हां दा इतना ध्यान होंदा है उन्हां गाणियां दे विच कि अगला रेडियो दा जिहड़ा अनाउंसर है ना, वो सिर्फ फिल्म दा नाम लैंदा है ते वो सुनन वाले पूरा गाना ही बोल के दस दिंदे ने भी ये गाना हुण आउण वाला है। इतना उन्हां दा प्रेम होंदा। टीवी चलते पे ने, सारा सारा दिन गीत चलते पे ने। पुराने गीत तो फिर भी उहदा कोई मतलब होया करदा सी, कुछ उहदी कोई गल निकलदी सी विचों, कुछ समझ आउंदी सी। अजकल तो हुण ऐसे गीत बनन लग पे ने कि पता नहीं लगता भी ये कुत्ते भौंकदे पे ने कि कोई गाना बोलदा पिया वे, कुछ नहीं पता लगता है। हा हुल्लड़, रौला रप्पा